ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਨੇ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀਆਂ ਨੂੰ ਜਾਰੀ ਕੀਤੇ 5 ਲੱਖ ਗ੍ਰੀਨ ਕਾਰਡ। ਭਾਰਤੀਆਂ ਨੂੰ ਅਮਰੀਕਾ ਦਾ ਵੀਜ਼ਾ ਮਿਲਣ ਦੇ ਵਿੱਚ ਕਿਉਂ ਹੋ ਰਹੀ ਹੈ ਦੇਰੀ? ਰਾਜ ਸਭਾ ਵਿੱਚ ਭਾਰਤ ਸਰਕਾਰ ਨੇ ਦੱਸਿਆ ਕਾਰਨ। ਆਸਟ੍ਰੇਲੀਆ ਨੇ ਯਾਤਰੀਆਂ ਦੀ ਆਮਦ ਦੇ ਮੱਦੇਨਜ਼ਰ ਨਵੇਂ ਦਿਸ਼ਾ ਨਿਰਦੇਸ਼ ਕੀਤੇ ਜਾਰੀ। NRI ਮਿਲਣੇ ਵਿੱਚ ਪ੍ਰਵਾਸੀ ਭਾਰਤੀਆਂ ਨੇ ਵੀਜ਼ਾ ਵਿੱਚ ਆ ਰਹੀ ਦਿੱਕਤਾਂ ਦੇ ਮੁੱਦੇ ਚੁੱਕੇ। ਭਾਰਤ ਵਿੱਚ ਘਰੇਲੂ ਉਡਾਣਾਂ 'ਚ ਸਿੱਖਾਂ ਨੂੰ ਕਿਰਪਾਨ ਲਿਜਾਣ ਦੀ ਆਗਿਆ ਦੇ ਮਾਮਲੇ ਬਾਰੇ ਫੈਸਲਾ ਰਾਖਵਾਂ। ਅਮਰੀਕਾ ਵਿੱਚ ਭੂਚਾਲ ਨਾਲ ਕੰਬੀ ਧਰਤੀ। ਅਮਰੀਕਾ ਦੇ ਵਿੱਚ ਔਰਤ ਨੇ ਗੋਲੀਆਂ ਮਾਰ ਕੇ 2 ਪੁਲਿਸ ਅਧਿਕਾਰੀਆਂ ਨੂੰ ਉਤਾਰਿਆ ਮੌਤ ਦੇ ਘਾਟ, ਖੁਦ ਨੂੰ ਵੀ ਮਾਰੀ ਗੋਲੀ। ਅਮਰੀਕਾ ਵੱਲੋਂ ਟਿਕਟੌਕ ਤੇ ਪਾਬੰਦੀ ਲਗਾਉਣ ਦੀ ਤਿਆਰੀ, ਕੈਨੇਡਾ ਵੀ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ, ਟਰੂਡੋ ਦਾ ਬਿਆਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਤੇ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਮੁੜ ਰਫ਼ਤਾਰ ਫੜ ਚੁੱਕੀ ਹੈ ਅਤੇ 30 ਸਤੰਬਰ ਨੂੰ ਖਤਮ ਹੋਏ ਵਿੱਤੀ ਵਰ੍ਹੇ ਦੌਰਾਨ ਵਿਦੇਸ਼ਾਂ ਵਿੱਚ ਬੈਠੇ ਤਕਰੀਬਨ 5 ਲੱਖ ਪ੍ਰਵਾਸੀ ਗ੍ਰੀਨ ਕਾਰਡ ਲੈ ਕੇ ਅਮਰੀਕਾ ਪੁੱਜ ਗਏ। 2021 ਦੇ ਮੁਕਾਬਲੇ ਇਸ ਵਾਰ 73% ਵੱਧ ਗ੍ਰੀਨ ਕਾਰਡ ਜਾਰੀ ਕੀਤੇ ਗਏ ਅਤੇ ਮਹਾਮਾਰੀ ਤੋਂ ਪਹਿਲਾਂ 2019 ਵਿੱਚ ਜਾਰੀ ਕੀਤੇ ਗ੍ਰੀਨ ਕਾਰਡ ਦਾ ਅੰਕੜਾ ਵੀ ਪਿੱਛੇ ਰਹਿ ਗਿਆ। ਦੂਜੇ ਪਾਸੇ 70 ਲੱਖ ਟੈਂਪਰੇਰੀ ਵੀਜ਼ੇ ਵੱਖ-ਵੱਖ ਮੁਲਕਾਂ ਦੇ ਨਾਗਰਿਕਾਂ ਨੂੰ ਦਿੱਤੇ ਗਏ, ਜਿਨ੍ਹਾਂ ਵਿੱਚ ਸੈਲਾਨੀ, ਵਿਦਿਆਰਥੀ ਅਤੇ ਕਾਰੋਬਾਰੀ ਸ਼ਾਮਲ ਨੇ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਭਾਰਤੀਆਂ ਲਈ ਅਮਰੀਕੀ ਵੀਜ਼ੇ ਦੀ ਲੰਬੀ ਉਡੀਕ ਦੇ ਬਾਰੇ 'ਚ ਜਵਾਬ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਭਾਰਤ ਮੰਤਰਾਲਾ ਨੇ ਕਿਹਾ ਕਿ ਕੋਵਿਡ ਪ੍ਰਭਾਵ ਕਾਰਨ ਭਾਰਤੀਆਂ ਨੂੰ ਅਮਰੀਕੀ ਵੀਜ਼ਾ ਮਿਲਣ ਵਿੱਚ ਦੇਰੀ ਹੋ ਰਹੀ ਹੈ। ਹਾਲਾਂਕਿ ਭਾਰਤ ਵੀਜ਼ਾ ਦੇਰੀ ਨੂੰ ਲੈ ਕੇ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ। ਵਿਦੇਸ਼ ਮੰਤਰਾਲਾ ਨੇ ਰਾਜ ਸਭਾ ਨੂੰ ਦੱਸਿਆ ਕਿ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ ਦੇ ਪ੍ਰਭਾਵ ਕਾਰਨ ਵੱਡੀ ਗਿਣਤੀ ਵਿੱਚ ਵੀਜ਼ਾ ਅਰਜ਼ੀਆਂ ਪਹਿਲਾਂ ਹੀ ਪੈਂਡਿੰਗ ਨੇ, ਜਿਸ ਕਾਰਨ ਹੋਰ ਦੇਰੀ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਖਬਰ ਆਈ ਸੀਗੀ ਕਿ V1 ਅਤੇ V2 ਵੀਜ਼ਾ ਤੇ ਅਮਰੀਕਾ ਜਾਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਲਗਭਗ 3 ਸਾਲ ਦਾ ਇੰਤਜ਼ਾਰ ਕਰਨਾ ਪਏਗਾ ਅਤੇ ਭਾਰਤ ਵਿੱਚ ਬਿਨੇਕਾਰਾਂ ਦਾ ਇੰਤਜ਼ਾਰ ਦਾ ਸਮਾਂ ਲਗਭਗ 1000 ਦਿਨ ਹੈ। ਉਸ ਸਮੇਂ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਗਾਚੀ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਜਦੋਂ ਲੋਕ ਕਿਤੇ ਜਾਣਾ ਚਾਹੁੰਦੇ ਨੇ ਤਾਂ ਵੀਜ਼ਾ ਪ੍ਰਣਾਲੀ ਸਰਲ ਹੋਣੀ ਚਾਹੀਦੀ ਹੈ। ਇਹ ਸਾਡੀ ਉਮੀਦ ਹੈ। ਇਸ ਮਾਮਲੇ ਤੇ ਰਸਮੀ ਤੌਰ ਤੇ ਚਰਚਾ ਨਹੀਂ ਕੀਤੀ ਗਈ ਹੈ ਕਿਉਂਕਿ ਅਸੀਂ ਇਹ ਵੀ ਨਹੀਂ ਚਾਹਾਂਗੇ ਕਿ ਕੋਈ ਸਾਡੇ ਸਿਸਟਮ ਤੇ ਟਿੱਪਣੀ ਕਰੇ। ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਅਸੀਂ ਜਲਦੀ ਤੋਂ ਜਲਦੀ ਉਡੀਕ ਸਮਾਂ ਘਟਾਉਣ ਦੇ ਲਈ ਵਚਨਬੱਧ ਹਾਂ। ਵੱਧ ਰਹੇ ਬੈਕਲੌਗ ਨੂੰ ਹੱਲ ਕਰਨ ਦੇ ਲਈ ਅਮਰੀਕਾ ਨੇ ਇੰਟਰਵਿਊ ਛੋੜ ਦੇ ਲਈ ਵਧੇਰੇ ਬਿਨੇਕਾਰਾਂ ਨੂੰ ਯੋਗ ਬਣਾਇਆ। ਡ੍ਰੌਪਬਾਕਸ ਕੇਸਾਂ ਨੂੰ ਨਿਆਂ ਲਈ ਵਿਦੇਸ਼ ਭੇਜਿਆ ਜਾ ਰਿਹਾ ਅਤੇ ਸਥਾਈ ਸਟਾਫ ਪ੍ਰਾਪਤ ਕੀਤਾ ਜਾ ਰਿਹਾ। ਅਮਰੀਕਾ ਨੇ ਪਿਛਲੇ 1 ਸਾਲ ਵਿੱਚ ਕਰੀਬ 82,000 ਵੀਜ਼ੇ ਜਾਰੀ ਕੀਤੇ ਨੇ। ਭਾਰਤ ਅਮਰੀਕਾ ਕੋਲ ਅਮਰੀਕੀ ਵੀਜ਼ਾ ਲਈ ਲੰਬੇ ਸਮੇਂ ਤੋਂ ਉਡੀਕ ਕਰਨ ਦਾ ਮੁੱਦਾ ਉਠਾਉਂਦਾ ਰਿਹਾ। ਅਧਿਕਾਰੀਆਂ ਨੇ ਕਿਹਾ, ਉਮੀਦ ਹੈ ਕਿ ਅਸੀਂ ਅਗਲੀਆਂ ਗਰਮੀਆਂ ਤੱਕ ਭਾਰਤੀਆਂ ਦੀਆਂ 11 ਤੋਂ 12 ਲੱਖ ਵੀਜ਼ਾ ਅਰਜ਼ੀਆਂ ਤੇ ਵਿਚਾਰ ਕਰਾਂਗੇ। ਛੁੱਟੀਆਂ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਸਟ੍ਰੇਲੀਆ ਦੀ ਯਾਤਰਾ ਤੇ ਨੇ। ਇਸ ਦੌਰਾਨ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਤੋਂ ਯਾਤਰਾ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ ਲੰਬੇ ਸਮੇਂ ਦੇ ਉਡੀਕ ਕਰਨ ਅਤੇ ਸੰਭਾਵਨਤ ਦੇਰੀ ਦੀ ਉਮੀਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਸਮਾਚਾਰ ਏਜੰਸੀ ਸ਼ਨੂਆ ਦੀ ਰਿਪੋਰਟ ਦੇ ਅਨੁਸਾਰ, ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ੁੱਕਰਵਾਰ ਨੂੰ ਕੁਝ ਹਵਾਈ ਅੱਡਿਆਂ ਤੇ ਸੁਰੱਖਿਆ ਕਤਾਰਾਂ ਲੰਬੀਆਂ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਕੁਝ ਲੋਕ ਆਪਣੀਆਂ ਉਡਾਣਾਂ ਤੋਂ ਖੁੰਝ ਗਏ। ਪਿਛਲੇ ਹਫ਼ਤੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਸਿਡਨੀ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਜ਼ਿਓਫ ਕਲਬਰਟ ਨੇ ਕਿਹਾ ਕਿ ਹਵਾਈ ਅੱਡਾ 2019 ਤੋਂ ਬਾਅਦ ਸਭ ਤੋਂ ਵਿਅਸਤ ਛੁੱਟੀਆਂ ਦੀ ਮਿਆਦ ਦੀ ਉਮੀਦ ਕਰ ਰਿਹਾ, ਜਿਸ ਵਿੱਚ 12 ਦਸੰਬਰ ਤੋਂ 1 ਜਨਵਰੀ 2023 ਤੱਕ 2.2 ਮਿਲੀਅਨ ਤੋਂ ਵੱਧ ਲੋਕ ਟਰਮੀਨਲਾਂ ਤੋਂ ਲੰਘਣਗੇ। ਕੁਲਵਰਟ ਨੇ ਕਿਹਾ ਕਿ ਯਾਤਰੀਆਂ ਨੂੰ ਘਰੇਲੂ ਉਡਾਣਾਂ ਦੇ ਲਈ ਰਵਾਨਗੀ ਤੋਂ 2 ਘੰਟੇ ਪਹਿਲਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਲਈ 3 ਘੰਟੇ ਪਹਿਲਾਂ ਪਹੁੰਚਣ ਦੀ ਲੋੜ ਹੈ ਕਿਉਂਕਿ ਸੰਭਾਵੀ ਭੀੜ ਨੂੰ ਕੰਟਰੋਲ ਕਰਨ ਦੇ ਲਈ ਸਟਾਫ ਘੱਟ ਹੈ। ਕੁਈਨਜ਼ਲੈਂਡ ਰਾਜ ਵਿੱਚ ਬ੍ਰਿਸਬੇਨ ਹਵਾਈ ਅੱਡੇ ਦੇ ਜਨਤਕ ਮਾਮਲਿਆਂ ਦੇ ਮੁਖੀ ਸਟੀਫਨ ਬੇਕਰਟ ਨੇ ਕਿਹਾ
ਕਿ ਸ਼ੁੱਕਰਵਾਰ ਨੂੰ 14,300 ਲੋਕ ਅੰਤਰਰਾਸ਼ਟਰੀ ਟਰਮੀਨਲ ਰਾਹੀਂ ਯਾਤਰਾ ਕਰਨਗੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸ਼ਨੀਵਾਰ ਤੋਂ ਪਹਿਲਾਂ ਘਰ ਵਾਪਸ ਜਾਣ ਜਾਂ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ। ਬੈਕਟ ਨੇ ਕਿਹਾ ਹੈ ਕਿ ਜੇ ਤੁਸੀਂ ਅੱਜ ਯਾਤਰਾ ਕਰ ਰਹੇ ਹੋ ਤਾਂ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਘਰੇਲੂ ਉਡਾਣ ਤੋਂ 90 ਮਿੰਟ ਪਹਿਲਾਂ ਪਹੁੰਚੋ ਅਤੇ ਆਪਣੀਆਂ ਉਬਰਾਂ ਅਤੇ ਟੈਕਸੀਆਂ ਨੂੰ ਪ੍ਰੀ ਬੁੱਕ ਕਰੋ। ਇਸ ਸੁਨਿਸ਼ਚਿਤ ਕਰੋ ਕਿ ਤੁਸੀਂ ਇਸ ਗੱਲ ਤੋਂ ਜਾਣੂ ਹੋ ਕਿ ਤੁਹਾਡੇ ਹੱਥ ਦੇ ਸਮਾਨ ਵਿੱਚ ਕੀ ਨਹੀਂ ਜਾ ਸਕਦਾ ਅਤੇ ਯਾਦ ਰੱਖੋ ਕਿ ਤੁਹਾਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। NRI ਮਿਲਣੇ ਵਿੱਚ NRIs ਨੇ ਸ਼ਿਕਾਇਤ ਕੀਤੀ ਹੈ ਕਿ ਕਿਸਾਨ ਅੰਦੋਲਨ ਤੋਂ ਬਾਅਦ ਕੈਨੇਡਾ ਤੋਂ ਭਾਰਤ ਆਉਣ ਦੇ ਲਈ ਈ-ਵੀਜ਼ਾ ਦੀ ਸਮੱਸਿਆ ਪੈਦਾ ਹੋ ਗਈ ਹੈ। ਸਰਕਾਰ ਜਾਣਬੁੱਝ ਕੇ ਵੀਜ਼ਾ ਰੋਕ ਰਹੀ ਹੈ ਅਤੇ ਬਿਨਾਂ ਕਿਸੇ ਕਾਰਨ ਤੋਂ ਇਨਕਾਰ ਕਰ ਰਹੀ ਹੈ। ਸ਼ੁੱਕਰਵਾਰ ਨੂੰ ਸੈਂਟ ਸੋਲਜਰ ਕਾਲਜ ਵਿੱਚ NRI ਮਿਲਣੇ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਪ੍ਰਵਾਸੀ ਭਾਰਤੀਆਂ ਨੇ ਇੱਕ ਸੁਰ ਵਿੱਚ ਗਿਲਾ ਕੀਤਾ ਕਿ ਸਰਕਾਰ ਬਣੀ ਨੂੰ 7 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਪ੍ਰਵਾਸੀ ਭਾਰਤੀਆਂ ਪ੍ਰਤੀ ਅਫਸਰਸ਼ਾਹੀ ਦਾ ਰਵੱਈਆ ਨਹੀਂ ਬਦਲਿਆ। ਉਹਨਾਂ ਨੂੰ ਰਾਜ ਸਭਾ ਅਤੇ ਪੁਲਿਸ ਦੀਆਂ ਸ਼ਿਕਾਇਤਾਂ ਵਿੱਚ ਉਲਝਾਇਆ ਜਾ ਰਿਹਾ। ਕੈਨੇਡਾ ਵਿੱਚ PR ਅਤੇ ਸਿਟੀਜ਼ਨਸ਼ਿਪ ਲੈਣ ਵਾਲੇ ਭਾਰਤੀ ਮੂਲ ਦੇ ਲੋਕ ਵੀਜ਼ੇ ਦੇ ਲਈ ਮੁਸੀਬਤ ਵਿੱਚ ਘਿਰ ਗਏ ਨੇ ਅਤੇ ਵੀਜ਼ਾ ਅਰਜ਼ੀਆਂ 7 ਮਹੀਨੇ ਤੋਂ ਲਟਕ ਰਹੀਆਂ ਨੇ। ਘਰੇਲੂ ਉਡਾਣਾਂ ਵਿੱਚ ਸਿੱਖਾਂ ਨੂੰ ਕਿਰਪਾਨ ਲਿਜਾਣ ਦੀ ਆਗਿਆ ਦਾ ਵਿਰੋਧ ਕਰਨ ਵਾਲੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ। ਇੱਕ ਵਾਰੀ ਫਿਰ ਤੋਂ ਦਿੱਲੀ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖਣ ਤੋਂ ਪਹਿਲਾਂ ਕਿਹਾ ਕਿ ਉਹ ਇਸ ਪਟੀਸ਼ਨ ਤੇ ਯੋਗ ਫੈਸਲਾ ਸੁਣਾਏਗੀ। ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੀ ਬੈਂਚ ਨੇ ਪਟੀਸ਼ਨਰ ਹਰਸ਼ਬੀਪੌਰ ਸਿੰਘਲ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਕਿਹਾ ਕਿ ਅਦਾਲਤ ਨੇ ਸਾਰੀਆਂ ਦਲੀਲਾਂ ਸੁਣੀਆਂ ਨੇ ਅਤੇ ਇਸ ਮਾਮਲੇ ਬਾਰੇ ਢੁਕਵਾਂ ਫੈਸਲਾ ਸੁਣਾਇਆ ਜਾਏਗਾ। ਦੱਸਣਯੋਗ ਹੈ ਕਿ ਪਟੀਸ਼ਨਰ ਨੇ ਕੇਂਦਰ ਸਰਕਾਰ ਦੇ ਸਿਵਲ ਐਵੀਏਸ਼ਨ ਸੁਰੱਖਿਆ ਬਿਊਰੋ ਦੁਆਰਾ ਸਿੱਖ ਯਾਤਰੀਆਂ ਨੂੰ ਘਰੇਲੂ ਉਡਾਣਾਂ ਵਿੱਚ ਕਿਰਪਾਨ ਲੈ ਕੇ ਜਾਣ ਦੀ ਆਗਿਆ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਸਿਵਲ ਐਵੀਏਸ਼ਨ ਸੁਰੱਖਿਆ ਬਿਊਰੋ ਨੇ 4 ਮਾਰਚ ਦੇ ਆਪਣੇ ਆਦੇਸ਼ 'ਚ ਕਿਹਾ ਸੀ ਕਿ ਕਿਰਪਾਨ ਕੇਵਲ ਇੱਕ ਸਿੱਖ ਯਾਤਰੀ ਆਪਣੇ ਨਾਲ ਲੈ ਕੇ ਜਾ ਸਕਦਾ ਹੈ, ਪਰ ਉਸਦੇ ਬਲੇਡ ਦੀ ਲੰਬਾਈ 6 ਇੰਚ ਅਤੇ ਕੁੱਲ ਲੰਬਾਈ 9 ਇੰਚ ਤੋਂ ਜ਼ਿਆਦਾ ਨਾ ਹੋਵੇ। ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਵੱਡੇ ਭੂਚਾਲ ਕਾਰਨ ਧਰਤੀ ਹਿੱਲ ਗਈ। ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 5.4 ਮਾਪੀ ਗਈ। ਹਾਲਾਂਕਿ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਭੂਚਾਲ ਟੈਕਸਾਸ ਦੇ ਇਤਿਹਾਸ ਦੇ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਹੈ। ਸ਼ੁੱਕਰਵਾਰ ਸ਼ਾਮ ਨੂੰ ਰਾਜ ਦੇ ਪੱਛਮੀ ਹਿੱਸੇ ਵਿੱਚ ਧਰਤੀ ਕੰਬ ਗਈ। ਇਸ ਖੇਤਰ ਵਿੱਚ ਤੇਲ ਅਤੇ ਫ੍ਰੈਂਕਿੰਗ ਗਤੀਵਿਧੀ ਹੁੰਦੀ ਹੈ ਔਰ US ਭੂ ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 5.4 ਸੀ ਅਤੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ 5:35 ਤੇ ਆਇਆ। ਇਹ ਮਿਡਲੈਂਡ ਦੇ ਉੱਤਰ ਪੱਛਮ ਵਿੱਚ ਲਗਭਗ 14 ਮੀਲ ਦੀ ਡੂੰਘਾਈ ਵਿੱਚ ਕੇਂਦਰਿਤ ਸੀ। ਮਿਡਲੈਂਡ ਦੇ ਰਾਸ਼ਟਰੀ ਮੌਸਮ ਸੇਵਾ ਕੇਂਦਰ ਨੇ ਟਵੀਟ ਕੀਤਾ ਕਿ ਇਹ ਟੈਕਸਾਸ ਰਾਜ ਦੇ ਇਤਿਹਾਸ ਵਿੱਚ ਚੌਥਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਕੋਲੋਰਾਡੋ ਅਤੇ USGS ਦੇ ਨੈਸ਼ਨਲ ਭੂਚਾਲ ਸੂਚਨਾ ਕੇਂਦਰ ਦੇ ਇੱਕ ਭੂ-ਭੌਤਿਕ ਵਿਗਿਆਨ ਜਨ ਪਰਸਲੇ ਦੇ ਅਨੁਸਾਰ ਇਹ ਟੈਕਸਾਸ ਅਤੇ ਨਿਊ ਮੈਕਸੀਕੋ ਵਿੱਚ ਮਹਿਸੂਸ ਕੀਤਾ ਗਿਆ। 16 ਨਵੰਬਰ ਨੂੰ ਪੱਛਮੀ ਟੈਕਸਾਸ ਵਿੱਚ ਵੀ ਇਸੇ ਤਰ੍ਹਾਂ ਦੀ ਤੀਬਰਤਾ ਦਾ ਭੂਚਾਲ ਆਇਆ। ਉਦੋਂ ਭੂਚਾਲ ਦੀ ਤੀਬਰਤਾ 5.3 ਮਾਪੀ ਗਈ। ਇਸ ਦਾ ਕੇਂਦਰ ਮਿਡਲੈਂਡ ਤੋਂ ਲਗਭਗ 95 ਮੀਲ ਪੱਛਮ ਵਿੱਚ ਸੀ। ਬੀਤੇ ਦਿਨ ਸੈਂਟ ਲੂਇਸ ਮਿਸੀਸਿਪੀ 'ਚ 2 ਪੁਲਿਸ ਅਧਿਕਾਰੀਆਂ ਨੂੰ ਤੜਕੇ ਇੱਕ ਔਰਤ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਜਿਸ ਨਾਲ ਉਹਨਾਂ ਨੇ ਇੱਕ ਮੋਟਲ ਦੀ ਪਾਰਕਿੰਗ ਵਿੱਚ ਲਗਭਗ 30 ਮਿੰਟ ਤੱਕ ਗੱਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਵੀ ਮੌਤ ਹੋ ਗਈ ਹੈ। ਐਮੀ ਐਂਡਰਨਸ ਨਾਮੀ 43 ਸਾਲਾ ਇੱਕ ਔਰਤ ਬੱਚੇ ਨਾਲ ਇੱਕ ਪਾਰਕ ਕੀਤੀ SUV ਕਾਰ 'ਚ ਬੈਠੀ ਸੀ। ਜਦੋਂ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਦੇ ਕਰੀਬ ਬੇ ਸੇਂਟ ਲੂਇਸ 'ਚ ਇੱਕ ਮੋਟਲ 6 ਦੀ ਪਾਰਕਿੰਗ ਭੇਜਿਆ ਗਿਆ ਕਿ ਚੈੱਕ ਕਰੋ। ਮਿਸੀਸਿਪੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਜਾਂਚਕਰਤਾਵਾਂ ਨੇ ਕਿਹਾ ਕਿ ਸਟੀਵਨ ਰੌਬਨ ਅਤੇ ਪੁਲਿਸ ਅਧਿਕਾਰੀ ਬ੍ਰੈਂਡਨ ਐਸਟੋਰਫੇ ਨੇ ਐਂਟਰੈਂਸ ਨਾਲ ਲਗਭਗ ਅੱਧੇ ਘੰਟੇ ਤੱਕ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਕਿ ਉਸਨੇ ਵਾਹਨ 'ਚ ਬੈਠ ਕੇ ਉਹਨਾਂ ਤੇ ਗੋਲੀਬਾਰੀ ਕੀਤੀ। ਪੁਲਿਸ ਬਿਆਨ 'ਚ ਕਿਹਾ ਗਿਆ ਹੈ ਕਿ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਸੁਰੱਖਿਆ ਸੇਵਾਵਾਂ ਲਈ ਬੁਲਾਇਆ ਗਿਆ। ਪੁਲਿਸ ਅਧਿਕਾਰੀ ਰੌਬਨ ਦੀ ਪਾਰਕਿੰਗ ਮੌਤ ਹੋ ਗਈ ਸੀ ਔਰ ਮਿਸੀਸਿਪੀ ਬਿਊਰੋ ਆਫ ਇਨਵੈਸਟੀਗੇਸ਼ਨ ਏਜੰਟਾਂ ਨੇ ਦੱਸਿਆ ਕਿ 23 ਸਾਲਾ ਐਸਟੋਰਫੇ ਦੀ ਹਸਪਤਾਲ 'ਚ ਮੌਤ ਹੋ ਗਈ। ਪਹਿਲਾਂ ਦਿੱਤੇ ਬਿਆਨ 'ਚ ਪੁਲਿਸ ਨੇ ਕਿਹਾ ਕਿ ਔਰਤ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਅਮਰੀਕਾ ਵੱਲੋਂ ਚੀਨੀ ਸੋਸ਼ਲ ਮੀਡੀਆ ਐਪ ਟਿਕਟੌਕ ਤੇ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਮੁਲਕ ਦੀ ਖੁਫੀਆ ਏਜੰਸੀ ਸੁਰੱਖਿਆ ਖਤਰਿਆਂ ਪ੍ਰਤੀ ਚੌਕਸੀ ਵਰਤ ਰਹੀ ਹੈ। ਪਾਰਲੀਮੈਂਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਲੋਕ ਟਿਕਟੌਕ ਦੇ ਮਸਲੇ ਤੇ ਚਿੰਤਤ ਨੇ ਅਤੇ ਹਰ ਹਰਕਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਕੈਨੇਡਾ ਦੀਆਂ ਸਾਈਬਰ ਸੁਰੱਖਿਆ ਏਜੰਸੀਆਂ ਵੀ ਹਰ ਚੀਜ਼ ਤੇ ਨਜ਼ਰ ਰੱਖ ਰਹੀਆਂ ਨੇ। ਅਟਲਾਂਟਾ ਵਿੱਚ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਮੀਨਲ ਪਟੇਲ ਨੂੰ ਮੈਡੀਕੇਅਰ ਸਿਹਤ ਬੀਮਾ ਪ੍ਰੋਗਰਾਮ ਦੇ ਵਿੱਚ ਧੋਖਾਧੜੀ ਕਰਕੇ ਜੈਨੇਟਿਕ ਜਾਂਚ ਦੇ 44.75 ਕਰੋੜ ਡਾਲਰ ਦੇ ਘੁਟਾਲੇ 'ਚ ਦੋਸ਼ੀ ਠਹਿਰਾਇਆ ਗਿਆ। ਸੰਘੀ ਵਕੀਲਾਂ ਨੇ ਦੱਸਿਆ ਕਿ ਲੈਬ ਸੋਲਿਊਸ਼ਨ LLC ਦੀ ਮਾਲਕ ਪਟੇਲ ਨੇ ਮਰੀਜ਼ਾਂ ਦੇ ਬ੍ਰੋਕਰ, ਟੈਲੀਮੈਡੀਸਨ ਕੰਪਨੀਆਂ ਤੇ ਕਾਲ ਸੈਂਟਰਾਂ ਨਾਲ ਸਾਜ਼ਿਸ਼ ਰਚ ਕੇ ਮੈਡੀਕੇਅਰ ਬੀਮਾ ਦੇ ਲਾਭਪਾਤਰੀਆਂ ਨੂੰ ਫੋਨ ਕਰਕੇ ਝੂਠ ਬੋਲਿਆ ਕਿ ਉਹ ਆਪਣੇ ਬੀਮਾ ਤਹਿਤ ਕੈਂਸਰ ਦੀ ਮਹਿੰਗੀ ਜੈਨੇਟਿਕ ਜਾਂਚ ਕਰਵਾ ਸਕਦੇ ਨੇ। ਨਿਆਂ ਵਿਭਾਗ ਨੇ ਦੱਸਿਆ ਕਿ ਜਦੋਂ ਮੈਡੀਕੇਅਰ ਦੇ ਲਾਭਪਾਤਰੀ ਜਾਂਚ ਕਰਵਾਉਣ ਦੇ ਲਈ ਸਹਿਮਤ ਹੋ ਜਾਂਦੇ ਤਾਂ ਪਟੇਲ ਟੈਲੀਮੈਡੀਸਨ ਕੰਪਨੀਆਂ ਤੋਂ ਜਾਂਚ ਦੀ ਮਨਜ਼ੂਰੀ ਦੇਣ ਵਾਲੇ ਡਾਕਟਰ ਦੇ ਦਸਤਖਤ ਵਾਲੇ ਪਰਚੇ ਹਾਸਲ ਕਰਨ ਦੇ ਲਈ ਮਰੀਜ਼ਾਂ ਦੇ ਬ੍ਰੋਕਰ ਨੂੰ ਰਿਸ਼ਵਤ ਦਿੰਦੀ ਸੀ। ਫਲੋਰੀਡਾ ਵਿੱਚ ਇੱਕ ਸੰਘੀ ਅਦਾਲਤ ਨੇ ਪਟੇਲ ਨੂੰ ਸਿਹਤ ਸੰਭਾਲ ਧੋਖਾਧੜੀ, ਅਮਰੀਕਾ ਨਾਲ ਧੋਖਾਧੜੀ ਕਰਨ ਦੇ ਲਈ ਸਾਜ਼ਿਸ਼ ਰਚਣ, ਸਿਹਤ ਸੰਭਾਲ ਸੰਬੰਧੀ ਰਿਸ਼ਵਤ ਲੈਣ ਅਤੇ ਦੇਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ। ਇੱਕ ਮੀਡੀਆ ਬਿਆਨ ਦੇ ਮੁਤਾਬਕ ਪਟੇਲ ਨੂੰ 7 ਮਾਰਚ 2023 ਨੂੰ ਸਜ਼ਾ ਸੁਣਾਈ ਜਾਏਗੀ ਅਤੇ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਚੀਨ ਦੀਆਂ ਉੱਚ ਤਕਨੀਕੀ ਖੇਤਰ ਦੀਆਂ 36 ਕੰਪਨੀਆਂ ਨੂੰ ਨਿਰਯਾਤ ਕੰਟਰੋਲ ਕਰਨ ਵਾਲੀ ਬੈਲਿਸਟਿਕ 'ਚ ਪਾ ਦਿੱਤਾ ਹੈ ਔਰ ਰਾਸ਼ਟਰੀ ਸੁਰੱਖਿਆ, ਅਮਰੀਕੀ ਹਿੱਤਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ਕਾਰਨ ਇਹ ਕਦਮ ਚੁੱਕਿਆ ਗਿਆ। ਇਨ੍ਹਾਂ ਕੰਪਨੀਆਂ ਦੇ ਵਿੱਚ ਹਵਾਬਾਜ਼ੀ ਉਪਕਰਣ, ਰਸਾਇਣਿਕ ਅਤੇ ਕੰਪਿਊਟਰ ਚਿਪ ਬਣਾਉਣ ਵਾਲੀਆਂ ਕੰਪਨੀਆਂ ਸ਼ਾਮਲ ਨੇ। ਕਿਸੇ ਕੰਪਨੀ ਨੂੰ ਵਪਾਰਕ ਇਕਾਈ ਸੂਚੀ ਵਿੱਚ ਸ਼ਾਮਲ ਕਰਨ ਦਾ ਮਤਲਬ ਹੈ ਕਿ ਉਹਨਾਂ ਦੇ ਨਾਲ ਵਪਾਰ ਕਰਨ ਵਾਲੀ ਕਿਸੇ ਵੀ ਅਮਰੀਕੀ ਕੰਪਨੀ ਦੇ ਨਿਰਯਾਤ ਲਾਇਸੈਂਸ ਨੂੰ ਰੱਦ ਕਰ ਦਿੱਤਾ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਫੌਜ ਨੂੰ ਅਤ ਆਧੁਨਿਕ ਕੰਪਿਊਟਰ ਚਿਪਸ ਅਤੇ ਹਾਈਪਰਸੋਨਿਕ ਹਥਿਆਰ ਵਰਗੀਆਂ ਤਕਨੀਕਾਂ ਹਾਸਲ ਕਰਨ ਤੋਂ ਰੋਕਣ ਦੇ ਲਈ ਇਹ ਪਾਬੰਦੀਆਂ ਲਗਾਈਆਂ ਗਈਆਂ ਨੇ। ਜਿਨ੍ਹਾਂ ਕੰਪਨੀਆਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਦੀ ਸੂਚੀ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹੋਈ। ਅਮਰੀਕੀ ਰਿਪਬਲਿਕਨ ਸੈਨੇਟਰ ਜੇਮਸ ਲੈਂਗਫੋਰਡ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਭਾਰਤ ਨਾਲ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਦੇ ਮੁੱਦੇ ਤੇ ਠੋਸ ਵਿਚਾਰ ਚਰਚਾ ਕਰਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਮੰਤਰਾਲਾ ਨੇ ਆਲਮੀ ਪੱਧਰ ਤੇ ਧਾਰਮਿਕ ਆਜ਼ਾਦੀ ਦੇ ਪੱਖ ਤੇ ਵਿਸ਼ੇਸ਼ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ। ਅਮਰੀਕਾ ਦੇ ਧਾਰਮਿਕ ਆਜ਼ਾਦੀ ਬਾਰੇ ਕਮਿਸ਼ਨ ਨੇ ਹਾਲ ਹੀ ਵਿੱਚ ਭਾਰਤ, ਨਾਈਜੀਰੀਆ ਤੇ ਅਫਗਾਨਿਸਤਾਨ ਬਾਰੇ ਕੁਝ ਸਿਫਾਰਸ਼ਾਂ ਕੀਤੀਆਂ ਸਨ, ਜਿਨ੍ਹਾਂ ਨੂੰ ਵਿਦੇਸ਼ ਮੰਤਰਾਲਾ ਨੇ ਨਹੀਂ ਮੰਨਿਆ। ਇਸ ਸਾਲ ਪਹਿਲਾਂ ਵੀ ਇੱਕ ਰਿਪੋਰਟ ਵਿੱਚ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਸੀ ਕਿ ਉਹ ਭਾਰਤ ਨੂੰ ਧਾਰਮਿਕ ਆਜ਼ਾਦੀ ਯਕੀਨੀ ਬਣਾਉਣ ਦੇ ਮੁੱਦੇ ਤੇ ਵਿਸ਼ੇਸ਼ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਰੱਖੇ। ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਲੈਂਗਫੋਰਡ ਵਿਦੇਸ਼ ਮੰਤਰਾਲਾ ਨੂੰ ਇਸ ਬਾਰੇ ਕਾਨੂੰਨੀ ਤੌਰ ਤੇ ਕਾਂਗਰਸ ਵਿੱਚ ਸਪਸ਼ਟੀਕਰਨ ਦੇਣ ਦੇ ਲਈ ਕਹਿਣਗੇ। ਉਹਨਾਂ ਨੇ ਪੱਤਰ ਵਿੱਚ ਲਿਖਿਆ, ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਸ਼ਰੇਆਮ ਤੇ ਬਾਰ-ਬਾਰ ਉਲੰਘਣਾ ਦੇ ਬਾਵਜੂਦ ਮੁਲਕ ਨੂੰ ਰਸਮੀ ਤੌਰ ਤੇ ਸੂਚੀ ਵਿੱਚ ਨਹੀਂ ਪਾਇਆ ਗਿਆ। ਭਾਰਤ ਅਮਰੀਕਾ ਦਾ ਮਹੱਤਵਪੂਰਨ ਭਾਈਵਾਲ ਹੈ ਤੇ ਹਿੰਦੂ ਪ੍ਰਸ਼ਾਂਤ ਵਿੱਚ ਚੀਨ ਖਿਲਾਫ ਅਮਰੀਕਾ ਦਾ ਸਾਥ ਦੇ ਰਿਹਾ। ਅਮਰੀਕਾ ਨੂੰ ਭਾਰਤ ਵਿੱਚ ਵਿਗੜ ਰਹੀ ਘੱਟ ਗਿਣਤੀਆਂ ਦੀ ਹਾਲਤ ਦਾ ਮੁੱਦਾ ਗੰਭੀਰਤਾ ਨਾਲ ਉਠਾਉਣਾ ਚਾਹੀਦਾ ਹੈ। ਅਮਰੀਕੀ ਸੈਨੇਟ ਵੱਲੋਂ ਪਾਸ 858 ਅਰਬ ਡਾਲਰ ਦੇ ਰੱਖਿਆ ਬਿੱਲ ਦਾ ਮਕਸਦ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ, ਰੂਸ ਵੱਲੋਂ ਬਣਾਏ ਫੌਜੀ ਉਪਕਰਨਾਂ ਤੇ ਨਵੀਂ ਦਿੱਲੀ ਦੀ ਨਿਰਭਰਤਾ ਘਟਾਉਣਾ ਅਤੇ ਚੀਨ ਵੱਲੋਂ ਅਮਰੀਕਾ ਦੀ ਕੌਮੀ ਸੁਰੱਖਿਆ ਸਾਹਮਣੇ ਪੈਦਾ ਕੀਤੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਉਪਾਅ ਕਰਨ ਦੇ ਲਈ ਅਰਬਾਂ ਡਾਲਰ ਦੀ ਮਦਦ ਮੁਹੱਈਆ ਕਰਨਾ ਹੈ। ਅਮਰੀਕੀ ਸੈਨੇਟ ਨੇ ਬੀਤੇ ਦਿਨ ਕੌਮੀ ਰੱਖਿਆ ਅਥਾਰਟੀ ਐਕਟ ਨੂੰ 11 ਦੇ ਮੁਕਾਬਲੇ 83 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ। ਪ੍ਰਤੀਨਿਧ ਸਭਾ ਵਿੱਚ ਇਹ ਬਿੱਲ 8 ਦਸੰਬਰ ਨੂੰ 80 ਮੁਕਾਬਲੇ 350 ਵੋਟਾਂ ਨਾਲ ਪਾਸ ਹੋ ਗਿਆ। ਹੁਣ ਇਸ ਬਿੱਲ ਨੂੰ ਕਾਨੂੰਨੀ ਰੂਪ ਦੇਣ ਦੇ ਲਈ ਰਾਸ਼ਟਰਪਤੀ ਜੋ ਬਾਈਡਨ ਦੀ ਮਨਜ਼ੂਰੀ ਲਈ ਭੇਜਿਆ ਗਿਆ। ਐਨਡੀਏ ਦੇ ਮਕਸਦ ਅਮਰੀਕਾ ਦੇ ਰੱਖਿਆ ਤੇ ਵਿੱਤ ਵਿਭਾਗ ਨੂੰ ਭਾਰਤ ਨਾਲ ਉੱਭਰਦੀ ਤਕਨੀਕ, ਸਾਂਝੀ ਖੋਜ ਤੇ ਵਿਕਾਸ ਅਤੇ ਰੱਖਿਆ ਦੇ ਸਾਈਬਰ ਸਮਰੱਥਾ ਨਿਰਮਾਣ ਸਮੇਤ ਹੋਰ ਖੇਤਰਾਂ 'ਚ ਭਾਈਵਾਲੀ ਤੇ ਸਹਿਯੋਗ ਵਧਾਉਣ ਅਤੇ ਰੂਸ ਤੇ ਨਿਰਭਰਤਾ ਘਟਾਉਣ 'ਚ ਨਵੀਂ ਦਿੱਲੀ ਦੀ ਮਦਦ ਕਰਨ ਦਾ ਨਿਰਦੇਸ਼ ਦੇ ਕੇ ਅਮਰੀਕਾ ਭਾਰਤ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਸੈਨੇਟ ਦੀ ਹਥਿਆਰਬੰਦ ਸੇਵਾ ਸਮਿਤੀ ਦੇ ਪ੍ਰਧਾਨ ਜ਼ੈਕ ਰੀਡ ਨੇ ਕਿਹਾ ਕਿ ਐਨਡੀਏ ਅਮਰੀਕਾ ਦੀ ਸੁਰੱਖਿਆ ਲਈ ਅਹਿਮ ਮੁੱਖ ਗੱਠਜੋੜਾਂ ਤੇ ਭਾਈਵਾਲੀਆਂ ਨੂੰ ਮਜ਼ਬੂਤ ਕਰਦਾ ਹੈ।
ਪੁਰਾਣੀ ਰਵਾਇਤਾਂ ਤੋੜ ਕੇ ਅਮਰੀਕੀ ਪ੍ਰਤੀਨਿਧ ਸਭਾ ਦੀ ਪਹਿਲੀ ਮਹਿਲਾ ਸਪੀਕਰ ਬਣੀ ਨੈਂਸੀ ਪੈਲੋਸੀ, ਜੋ ਕਿ ਹੁਣ ਅਹੁਦਾ ਛੱਡ ਰਹੀ ਹੈ, ਨੂੰ ਇੱਕ ਰਵਾਇਤੀ ਸਨਮਾਨ ਦਿੱਤਾ ਗਿਆ। ਇਸ ਦੌਰਾਨ ਯੂਐਸ ਕੈਪੀਟਲ ਵਿੱਚ ਉਹਨਾਂ ਦੇ ਇੱਕ ਚਿੱਤਰ ਤੋਂ ਪਰਦਾ ਹਟਾਇਆ ਗਿਆ। ਪੈਲੋਸੀ ਨਾ ਕੇਵਲ ਅਮਰੀਕੀ ਪ੍ਰਤੀਨਿਧ ਸਭਾ ਦੀ ਪਹਿਲੀ ਮਹਿਲਾ ਸਪੀਕਰ ਨੇ, ਬਲਕਿ ਉਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਪੀਕਰਾਂ ਚੋਂ ਇੱਕ ਰਹੇ ਨੇ। ਇਸ ਸਮਾਰੋਹ ਵਿੱਚ ਸਾਬਕਾ ਤੇ ਮੌਜੂਦਾ ਕਾਂਗਰਸ ਮੈਂਬਰ, ਦੋਸਤ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਮਹਿਮਾਨਾਂ ਵਿੱਚ ਪੈਲੋਸੀ ਦੇ ਪਤੀ ਪੌਲ ਪੈਲੋਸੀ ਵੀ ਸ਼ਾਮਲ ਸਨ, ਜੋ ਕਿ ਇੱਕ ਕਾਤਲਾਨਾ ਹਮਲੇ ਤੋਂ ਉਭਰ ਰਹੇ ਨੇ। ਜ਼ਿਕਰਯੋਗ ਹੈ ਕਿ ਸਨ ਫਰਾਂਸਿਸਕੋ ਵਿੱਚ ਇੱਕ ਹਮਲਾਵਰ ਉਹਨਾਂ ਦੇ ਘਰ ਵਿੱਚ ਵੜ ਗਿਆ ਸੀ ਤੇ ਉਹਨਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਵੀਡੀਓ ਟੇਪ ਸੁਨੇਹੇ ਵਿੱਚ ਕਿਹਾ ਕਿ ਪੈਲੋਸੀ ਨੇ ਮਹਿਲਾਵਾਂ ਦੀ ਇੱਕ ਪੀੜ੍ਹੀ ਨੂੰ ਦੌੜਨ, ਜਿੱਤਣ ਤੇ ਅਗਵਾਈ ਕਰਨ ਦੇ ਲਈ ਉਤਸ਼ਾਹਿਤ ਕੀਤਾ ਹੈ। ਉੱਤਰੀ ਕੋਰੀਆ ਨੇ ਨਵੀਂ ਰਣਨੀਤਿਕ ਹਥਿਆਰ ਪ੍ਰਣਾਲੀ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦੇ ਹੋਏ ਇੱਕ ਹਾਈ ਥਰਸਟ ਸੋਲਿਡ ਫਿਊਲ ਮੋਟਰ ਦਾ ਪ੍ਰੀਖਣ ਕੀਤਾ। ਉੱਤਰੀ ਕੋਰੀਆ ਅਮਰੀਕਾ ਦੀ ਮੁੱਖ ਭੂਮੀ ਤੇ ਹਮਲਾ ਕਰਨ ਦੇ ਲਈ ਤਿਆਰ ਬੈਲਿਸਟਿਕ ਮਿਜ਼ਾਈਲ ਬਣਾਉਣ ਦੇ ਉਦੇਸ਼ ਨਾਲ ਅੱਗੇ ਵਧ ਰਿਹਾ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੇ ਮੁਤਾਬਕ ਵੀਰਵਾਰ ਨੂੰ ਉੱਤਰੀ ਕੋਰੀਆ ਦੇ ਨੇਤਾ ਕਿਮ ਯੋਂਗ ਉਨ ਦੀ ਨਿਗਰਾਨੀ 'ਚ ਉੱਤਰ ਪੱਛਮੀ ਰਾਕੇਟ ਲਾਂਚ ਸੈਂਟਰ ਤੇ ਇਸ ਦਾ ਸਫਲ ਪ੍ਰੀਖਣ ਕੀਤਾ ਗਿਆ। ਅਮਰੀਕਾ ਵਿੱਚ ਸਟਾਰਬਕਸ ਦੇ ਕਰਮਚਾਰੀਆਂ ਨੇ ਸ਼ੁੱਕਰਵਾਰ ਤੋਂ 3 ਦਿਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸਟਾਰਬਕਸ ਵਰਕਰਸ ਯੂਨਾਈਟਿਡ ਦੇ ਅਨੁਸਾਰ 100 ਸਟੋਰਾਂ ਤੇ ਨਿਯੁਕਤ 1000 ਤੋਂ ਵੱਧ ਕੌਫੀ ਨਿਰਮਾਤਾ ਹੜਤਾਲ ਤੇ ਹੋਣਗੇ ਤੇ ਮਜ਼ਦੂਰ ਸਮੂਹ ਖੁਦ ਇਸ ਦੀ ਅਗਵਾਈ ਕਰ ਰਿਹਾ। ਇਹ ਹੜਤਾਲ ਸਾਲ ਭਰ ਚੱਲਣ ਵਾਲੀ ਜਥੇਬੰਦੀ ਦੀ ਮੁਹਿੰਮ ਦੀ ਸਭ ਤੋਂ ਲੰਬੀ ਹੜਤਾਲ ਹੋਏਗੀ। ਯੂਨੀਅਨ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਹੜਤਾਲ ਨਾਲ ਕੁਝ ਸਟੋਰ ਪੂਰੀ ਤਰ੍ਹਾਂ ਬੰਦ ਹੋ ਜਾਣਗੇ, ਜਦੋਂ ਕਿ ਹੋਰਾਂ ਵਿੱਚ ਮੈਨੇਜਰ ਜਾਂ ਹੋਰ ਕਰਮਚਾਰੀ ਸਟੋਰ ਛੱਡਣ ਦੇ ਲਈ ਮਜਬੂਰ ਹੋਣਗੇ। ਕੰਪਨੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਅਸੀਂ ਇਕੱਠੇ ਕੰਮ ਕਰਨ ਅਤੇ ਸਟਾਰਬਕਸ ਨੂੰ ਇੱਕ ਅਜਿਹੀ ਕੰਪਨੀ ਬਣਾਉਣ ਦੇ ਲਈ ਅਰਥਪੂਰਨ ਅਤੇ ਸਿੱਧੇ ਯੂਨੀਅਨ ਦੀ ਸ਼ਮੂਲੀਅਤ ਤੇ ਕੇਂਦਰਿਤ ਰਹਿੰਦੇ ਹਾਂ, ਜੋ ਸਾਰਿਆਂ ਦੇ ਲਈ ਕੰਮ ਕਰਦੀ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, ਉਹਨਾਂ ਨੇ ਕਿਹਾ ਕਿ ਅਸੀਂ ਵਰਕਰਸ ਯੂਨਾਈਟਿਡ ਨੂੰ ਅਪੀਲ ਕਰਦੇ ਹਾਂ ਕਿ ਸੌਦੇਬਾਜ਼ੀ ਪ੍ਰਕਿਰਿਆ ਨੂੰ ਅੱਗੇ ਲੈ ਕੇ ਭਾਈਵਾਲਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰੇ। ਇੱਕ ਮਹੀਨੇ ਵਿੱਚ ਯੂਐਸ ਸਟਾਰਬਕਸ ਵਰਕਰਾਂ ਦੀ ਇਹ ਦੂਜੀ ਵੱਡੀ ਹੜਤਾਲ ਹੈ। 17 ਨਵੰਬਰ ਨੂੰ 110 ਸਟਾਰਬਕਸ ਸਟੋਰਾਂ ਦੇ ਕਰਮਚਾਰੀ ਇੱਕ ਦਿਨ ਦੇ ਲਈ ਹੜਤਾਲ ਤੇ ਚਲੇ ਗਏ। ਸਟਾਰਬਕਸ ਦੇ 9000 ਕੰਪਨੀ ਦੁਆਰਾ ਸੰਚਾਲਿਤ ਯੂਐਸ ਸਟੋਰਾਂ ਵਿੱਚ 264 ਤੋਂ ਵੱਧ ਨੇ ਪਿਛਲੇ ਸਾਲ ਦੇ ਅਖੀਰ ਤੋਂ ਯੂਨੀਅਨ ਕਰਨ ਦੇ ਲਈ ਵੋਟ ਦਿੱਤੀ ਹੈ। ਸ਼ਿਕਾਗੋ ਵਿੱਚ ਇੱਕ ਸਟਾਰਬਕਸ 'ਚ ਕਰਮਚਾਰੀ ਫੈਂਡੋਰਸ ਸ਼ਿਫਟ ਸੁਪਰਵਾਈਜ਼ਰ ਟੈਡੀ ਹਾਫਮੈਨ ਨੇ ਸ਼ੁੱਕਰਵਾਰ ਨੂੰ ਇੱਕ ਵਿਰੋਧ ਪ੍ਰਦਰਸ਼ਨ ਕੀਤਾ। ਦੋਵਾਂ ਨੇ ਕਿਹਾ ਕਿ ਕੰਪਨੀਆਂ ਛੁੱਟੀ ਤੋਂ ਪਹਿਲਾਂ ਆਪਣੇ ਘੰਟਿਆਂ ਵਿੱਚ ਕਟੌਤੀ ਕਰ ਰਹੀ ਹੈ। ਵਰਕਰਸ ਯੂਨਾਈਟਿਡ ਨੇ ਰਿਪੋਰਟ ਦਿੱਤੀ ਹੈ ਕਿ ਸਟਾਰਬਕਸ ਨੇ ਹਾਲ ਹੀ ਵਿੱਚ ਕੰਪਨੀ ਦੇ ਗ੍ਰਹਿ ਸ਼ਹਿਰ ਸਿਆਟਲ ਵਿੱਚ ਯੂਨੀਅਨ ਕਰਨ ਦੇ ਲਈ ਪਹਿਲਾ ਸਟੋਰ ਬੰਦ ਕਰ ਦਿੱਤਾ। ਸਟਾਰਬਕਸ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਸਟੋਰ ਨੂੰ ਬੰਦ ਕਰ ਦਿੱਤਾ ਗਿਆ। ਸਟਾਰਬਕਸ ਅਤੇ ਯੂਨੀਅਨ ਲਗਭਗ 50 ਸਟੋਰਾਂ ਤੇ ਕਰਾਰਨਾਮੇ ਦੀ ਗੱਲਬਾਤ ਸ਼ੁਰੂ ਕਰਦੇ ਨੇ। ਕੈਨੇਡਾ ਦੇ BC ਸੂਬੇ ਦੀਆਂ 23 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਭਾਰਤ ਸਰਕਾਰ ਨੂੰ ਵੀਜ਼ਾ ਅਤੇ 10 ਸਾਲ ਦੀ ਮਿਆਦ ਵਾਲੇ ਵੀਜ਼ਾ ਬਹਾਲ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਵੈਨਕੂਵਰ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਤੱਕ ਸਿੱਧੀ ਫਲਾਈਟ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ। ਪ੍ਰਬੰਧਕ ਕਮੇਟੀਆਂ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ 'ਚ ਦੇਰੀ ਹੋਣ ਕਾਰਨ ਕੈਨੇਡਾ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਐਬਸਟਫੋਰਡ ਵਿੱਚ ਮਈ ਮਹੀਨੇ 'ਚ ਹੋਏ ਇੱਕ ਬਜ਼ੁਰਗ ਜੋੜੇ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ 3 ਪੰਜਾਬੀ ਨੌਜਵਾਨਾਂ ਨੂੰ ਹਿਰਾਸਤ 'ਚ ਲੈਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਉੱਪਰ ਫਸਟ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਨੇ। ਐਬਸਟਫੋਰਡ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਕਤਲ ਕੀਤੇ ਜੋੜੇ ਦੀ ਪਛਾਣ ਐਬਸਟਫੋਰਡ ਦੀ ਰਹਿਣ ਵਾਲੀ 77 ਸਾਲਾ ਅਰਨੋਲਡ ਡੀ ਜੌਂਗ ਅਤੇ ਉਸ ਦੀ 76 ਸਾਲਾ ਪਤੀ ਜ਼ੁਆਨ ਡੀ ਜੌਂਗ ਵਜੋਂ ਹੋਈ ਸੀ, ਜਿਨ੍ਹਾਂ ਦੇ ਮ੍ਰਿਤਕ ਸਰੀਰ 9 ਮਈ 2022 ਨੂੰ ਐਬਸਟਫੋਰਡ ਅਤੇ ਆਰਕੇਡੀਅਨ ਵੇ ਦੇ ਬਲਾਕ ਵਿੱਚ ਉਹਨਾਂ ਦੀ ਰਿਹਾਇਸ਼ ਉੱਪਰ ਮਿਲੇ। ਪਤਾ ਲੱਗਿਆ ਹੈ ਕਿ ਉਹ ਇੱਕ ਲੋਕਲ ਟਰੱਕਿੰਗ ਕੰਪਨੀ ਦੇ ਮਾਲਕ ਸੀ। 16 ਦਸੰਬਰ ਨੂੰ ਆਈ ਹਿੱਟ ਦੇ ਜਾਂਚ ਅਧਿਕਾਰੀਆਂ ਨੇ ਐਬਸਟਫੋਰਡ ਪੁਲਿਸ ਦੀ ਟੀਮ ਨਾਲ ਮਿਲ ਕੇ ਇਸ ਦੋਹਰੇ ਕਤਲ ਦੇ ਲਈ 3 ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਹ ਤਿੰਨੇ ਪੰਜਾਬੀ ਨੌਜਵਾਨ ਨੇ ਅਤੇ ਤਿੰਨੇ ਹੀ ਸਰੀ ਦੇ ਰਹਿਣ ਵਾਲੇ ਨੇ, ਜਿਨ੍ਹਾਂ ਵਿੱਚ 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭਿਜੀਤ ਸਿੰਘ ਅਤੇ 22 ਸਾਲਾ ਖੁਸ਼ਵੀਰ ਤੌਰ ਸ਼ਾਮਲ ਨੇ। ਇਹਨਾਂ ਤਿੰਨਾਂ ਖਿਲਾਫ ਪਹਿਲੇ ਦਰਜੇ ਦੇ ਕਤਲ ਦੇ 2 ਦੋਸ਼ ਲਗਾਏ ਗਏ ਨੇ। ਏਕੀਕ੍ਰਿਤ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਦੇ ਬੁਲਾਰੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਕਿਹਾ
ਕਿ 20 ਸਾਲਾ ਗੁਰਕਿਰਨ ਸਿੰਘ, 22 ਸਾਲਾ ਅਭਿਜੀਤ ਸਿੰਘ ਅਤੇ 22 ਸਾਲਾ ਖੁਸ਼ਵੀਰ ਤੌਰ ਨੂੰ ਸ਼ੁੱਕਰਵਾਰ ਨੂੰ ਸਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਐਪਸਫੋਰਡ ਦੇ ਪੁਲਿਸ ਮੁਖੀ ਮਾਈਕਰੋ ਸੇਰ ਨੇ ਮੀਡੀਆ ਨੂੰ ਦੱਸਿਆ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਦਿਲ, ਸਾਡੇ ਵਿਚਾਰ ਅਤੇ ਸਾਡੀਆਂ ਪ੍ਰਾਰਥਨਾਵਾਂ ਡੀ ਜੌਂਗ ਪਰਿਵਾਰ ਨਾਲ ਨੇ। ਅਸੀਂ ਜਾਣਦੇ ਹਾਂ ਕਿ ਉਹਨਾਂ ਦੀਆਂ ਧੀਆਂ, ਉਹਨਾਂ ਦੇ ਪੋਤੇ-ਪੋਤੀਆਂ, ਪਰਿਵਾਰ ਅਤੇ ਦੋਸਤਾਂ ਦੇ ਲਈ ਬਹੁਤ ਮੁਸ਼ਕਿਲ ਸਮਾਂ ਰਿਹਾ ਹੈ। ਜ਼ਿਮਨੀ ਚੋਣ ਵਿੱਚ ਮਿਲੀ ਜਿੱਤ ਤੋਂ ਉਤਸ਼ਾਹਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਰੋਧੀ ਧਿਰ ਦੇ ਆਗੂ ਪਿਆਰੇ ਫਾਇਲੈਵਰਾ ਦਾ ਮੂੰਹ ਚੜਾਉਂਦਿਆਂ ਕਿਹਾ ਹੈ ਕਿ ਕੈਨੇਡਾ ਦਾ ਕੁਝ ਵੀ ਨਹੀਂ ਵਿਗੜਿਆ ਅਤੇ ਵਿਰੋਧੀ ਧਿਰ ਦਾ ਆਗੂ ਆਪਣੀ ਖੁਰਾਫਾਤੀ ਸੋਚ ਨਾਲ ਸਾਡੀ ਜਮਹੂਰੀਅਤ ਨੂੰ ਨੀਵਾਂ ਦਿਖਾਉਣ ਦਾ ਯਤਨ ਕਰ ਰਿਹਾ। ਮਹਾਮਾਰੀ ਮਗਰੋਂ ਪਹਿਲੀ ਕ੍ਰਿਸਮਸ ਪਾਰਟੀ ਦੌਰਾਨ 2000 ਤੋਂ ਵੱਧ ਲਿਬਰਲ ਪਾਰਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜਸਟਿਨ ਟਰੂਡੋ ਨੇ ਕਿਹਾ ਕਿ ਫਾਇਲੈਵਰਾ ਆਪਣਾ ਅਕਸ ਕਿਹੋ ਜਿਹਾ ਬਣਾਉਣਾ ਚਾਹੁੰਦੇ ਨੇ, ਇਹ ਉਹਨਾਂ ਦੀ ਆਪਣੀ ਮਰਜ਼ੀ ਹੈ, ਪਰ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਕੈਨੇਡਾ ਪਹਿਲਾਂ ਵਾਂਗ ਚੜ੍ਹਦੀ ਕਲਾ 'ਚ ਹੈ। एनवायरमेंट कैनेडा ने अकॉर्डियन पेनिनसुला, बाथर्स्ट, सैलुअर, कैंपबेल्टन ਅਤੇ ਮੀਰਾਮਾਚੀ ਲਈ ਤੂਫਾਨ ਦੀ ਚੇਤਾਵਨੀ ਅਪਡੇਟ ਕੀਤੀ। ਬੁੱਧਵਾਰ ਸਵੇਰ ਨੂੰ ਵੀ ਬਰਫੀਲੇ ਤੂਫਾਨ ਕਰਕੇ ਨਿਊ ਬ੍ਰੰਜ਼ਵਿਕ ਸੂਬੇ ਦੇ ਬਹੁਤੇ ਸਕੂਲਾਂ ਨੂੰ ਬੰਦ ਰੱਖਿਆ ਗਿਆ ਸੀ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਕਿ ਹਾਈਵੇ, ਸੜਕਾਂ, ਪਾਰਕਿੰਗ ਲਾਟ ਵਿੱਚ ਬਰਫ਼ ਇਕੱਠੀ ਹੋਣ ਕਰਕੇ ਲੋਕਾਂ ਲਈ ਯਾਤਰਾ ਮੁਸ਼ਕਿਲ ਹੋ ਸਕਦੀ ਹੈ। ਦੁਪਹਿਰ ਤੱਕ 90 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੀਆਂ तेज हवावां दे नाल 10 ਤੋਂ 15 सेंटीमीटर होर बर्फ डिगण की संभावना भी दसी सी। मंकटन इलाके विच 5 ਤੋਂ 10 सेंटीमीटर बर्फबारी का अनुमान सी। भावें कि ज़्यादातर बर्फबारी हो चुकी है, पर 90 किलोमीटर प्रति घंटा ਦੀਆਂ तेज हवावां करके बर्फ उड़ रही है, जिस करके सड़कों ਤੇ स्थिति खतरनाक है। बुधवार दोपहर तक हवावां ਦੇ कुछ मध्यम होने की संभावना। नोवा ਸਕੋਸ਼ੀਆ ਵਿੱਚ बर्फीले तूफान तो बाद करीब 14,000 ਘਰਾਂ ਦੀ ਬਿਜਲੀ ਠੱਪ ਹੋ ਗਈ ਸੀ। ਬਰੈਂਪਟਨ ਅਤੇ ਮੇਨਲੈਂਡ ਦੇ ਲੋਕ ਸਭ ਨਾਲੋਂ ਵੱਧ ਪ੍ਰਭਾਵਿਤ ਨੇ। ਕਈ ਸਕੂਲਾਂ ਨੂੰ ਬੰਦ ਰੱਖਿਆ ਗਿਆ ਤੇ ਕਈ ਇਲਾਕਿਆਂ ਵਿੱਚ ਸਕੂਲਾਂ ਨੂੰ 2 ਘੰਟੇ ਦੇਰੀ ਨਾਲ ਖੋਲੇ ਜਾਣ ਦੀਆਂ ਰਿਪੋਰਟਾਂ ਨੇ। ਮੰਗਲਵਾਰ ਨੂੰ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਵੀ ਜ਼ਬਰਦਸਤ ਬਰਫੀਲੇ ਤੂਫਾਨ ਨੇ ਦਸਤਕ ਦਿੱਤੀ। ਭਾਵੇਂ ਕਿ ਤੂਫਾਨ ਦੀ ਤੀਬਰਤਾ ਹੁਣ ਘਟਣੀ ਸ਼ੁਰੂ ਹੋ ਗਈ ਹੈ, ਪਰ এনवायरमेंट ਕੈਨੇਡਾ ਦੀ ਵਾਰਨਿੰਗ ਜਾਰੀ ਹੈ। ਬੁੱਧਵਾਰ ਨੂੰ ਪਬਲਿਕ ਸਕੂਲ ਅਤੇ ਫ੍ਰੈਂਚ ਭਾਸ਼ਾ ਦੇ ਸਕੂਲ ਵਿੱਚ ਬੋਰਡ ਬੰਦ ਰੱਖੇ ਗਏ। ਸਿਵਲ ਸੇਵਾਵਾਂ ਦੇ ਦਫ਼ਤਰ ਦੇਰੀ ਨਾਲ ਖੁੱਲ ਰਹੇ ਨੇ ਅਤੇ ਸਰਵਿਸ ਕੈਨੇਡਾ ਦੇ ਦਫ਼ਤਰ ਬੰਦ ਹੋ ਰਹੇ ਨੇ। ਜਿਸ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਤੂਫਾਨ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਹੈ, ਉਸੇ ਤਰ੍ਹਾਂ ਪਿਛਲੇ 2 ਦਿਨਾਂ ਦੌਰਾਨ ਕੈਨੇਡਾ ਦੇ ਮੌਸਮ ਦੇ ਮਿਜ਼ਾਜ ਵਿਗੜਦੇ ਲਗਾਤਾਰ ਨਜ਼ਰ ਆਏ ਅਤੇ ਭਾਰੀ ਬਰਫੀਲੇ ਤੂਫਾਨ ਨੇ ਚੰਗੀ ਤਰ੍ਹਾਂ ਆਪਣਾ ਰੰਗ ਵੀ ਦਿਖਾਇਆ। ਮੌਸਮ ਵਿਭਾਗ ਵੱਲੋਂ ਕਾਫੀ ਦਿਨਾਂ ਤੋਂ ਦਿੱਤੀ ਜਾ ਰਹੀ ਵੱਡੇ ਤੂਫਾਨ ਦੀ ਚੇਤਾਵਨੀ ਕਾਰਨ ਭਾਵੇਂ ਹਰ ਇੱਕ ਸ਼ਹਿਰੀ ਪ੍ਰਸ਼ਾਸਨ ਨੇ ਆਪੋ ਆਪਣੇ ਪੱਧਰ ਤੇ ਲੋਕਾਂ ਦੀ ਸੁਰੱਖਿਆ ਲਈ ਕਮਰ ਕੱਸੇ ਹੋਏ ਸਨ, ਪਰ ਇਸ ਦੇ ਉਲਟ ਸੁਰੱਖਿਆ ਨਿਯਮਾਂ ਨੂੰ ਟਿੱਚ ਜਾਣ ਕੇ ਤੇਜ਼ ਰਫ਼ਤਾਰ ਵਹੀਕਲ ਚਲਾਉਣ ਵਾਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਵੀ ਦੇਖੇ ਗਏ ਅਤੇ ਦੂਜਿਆਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਵੇਖੇ ਗਏ। ਇਸ ਤੂਫਾਨ ਵਿੱਚ ਅਮਰੀਕਾ ਤੇ ਕੈਨੇਡਾ ਨੂੰ ਜੋੜਨ ਵਾਲੇ ਪੁਲਾਂ ਤੇ ਕਾਫੀ ਰਸ਼ ਨਜ਼ਰ ਆਇਆ ਅਤੇ ਬਹੁਤੇ ਟਰੱਕ ਅਤੇ ਹੋਰ ਵਹੀਕਲ ਇਹਨਾਂ ਪੁਲਾਂ ਦੇ ਉੱਤੇ ਕਈ ਘੰਟੇ ਫਸੇ ਰਹੇ। ਚੇਤਾਵਨੀ ਕਾਰਨ ਮੌਸਮ ਵਿਭਾਗ ਵੱਲੋਂ ਦਿੱਤੇ ਗਏ ਟੀਚੇ ਦੇ ਅਨੁਸਾਰ ਤਾਂ ਭਾਵੇਂ ਬਰਫ਼ ਬਹੁਤ ਘਟ ਗਈ ਹੈ, ਪਰ ਤੇਜ਼ ਹਵਾਵਾਂ ਅਤੇ ਕੜਾਕੇ ਦੀ ਠੰਡ ਨੇ ਲੋਕ ਝੰਬ ਸੁੱਟੇ ਅਤੇ ਫ੍ਰੀਜ਼ਿੰਗ ਰੇਨ ਜਾਨੇ ਕਿ ਨਾਲੋਂ ਨਾਲ ਜੰਮ ਕੇ ਸ਼ੀਸ਼ਾ ਬਣਨ ਵਾਲਾ ਮੀਂਹ, ਜਿਸ ਨੂੰ ਬਲੈਕ ਆਈਸ ਵੀ ਕਿਹਾ ਜਾਂਦਾ ਹੈ, ਨੇ ਸੜਕਾਂ ਅਤੇ ਹਾਈਵੇ ਨੂੰ ਜਾਮ ਕਰ ਦਿੱਤਾ। ਪੈਰ ਤੇ ਵਹੀਕਲ ਤਿਲਕ ਕੇ ਡਿੱਗਦੇ ਨਜ਼ਰ ਆਏ ਅਤੇ ਦਰਖਤਾਂ ਉੱਤੇ ਜੰਮਿਆ ਮੀਂਹ ਦਾ ਪਾਣੀ ਇੰਜ ਜਾਪ ਰਿਹਾ ਸੀ ਜਿਵੇਂ ਦਰਖਤਾਂ ਉੱਤੇ ਕੱਚ ਦੀ ਪਰਤ ਚੜ੍ਹ ਦਿੱਤੀ ਹੋਏ। ਕੈਨੇਡਾ ਵਿੱਚ ਇੱਕ ਮਕਾਨ ਦਾ ਔਸਤ ਕਿਰਾਇਆ ਪਹਿਲੀ ਵਾਰ $2,000 ਪ੍ਰਤੀ ਮਹੀਨਾ ਟੱਪ ਗਿਆ। ਹੁਣ ਕਿਰਾਏਦਾਰਾਂ ਨੂੰ ਆਪਣੇ ਸਿਰ ਤੇ ਛੱਤ ਬਰਕਰਾਰ ਰੱਖਣ ਦੇ ਲਈ ਹਰ ਮਹੀਨੇ ਔਸਤਨ $2,024 ਅਦਾ ਕਰਨੇ ਪੈ ਰਹੇ ਨੇ ਅਤੇ ਇਹ ਰਕਮ ਪਿਛਲੇ ਸਾਲ ਦੇ ਮੁਕਾਬਲੇ $224 ਵੱਧ ਬਣਦੀ ਹੈ। ਦੂਜੇ ਪਾਸੇ ਵੈਨਕੂਵਰ ਵਿਖੇ ਇੱਕ ਕਮਰੇ ਵਾਲੇ ਮਕਾਨ ਦਾ ਕਿਰਾਇਆ $2,600 ਤੋਂ ਟੱਪ ਚੁੱਕਾ ਹੈ ਅਤੇ 2 ਕਮਰਿਆਂ ਵਾਲੇ ਮਕਾਨ ਦੇ ਲਈ $3,600 ਅਦਾ ਕਰਨੇ ਪੈ ਰਹੇ ਨੇ। ਦੁਨੀਆ 'ਚ ਆਰਥਿਕ ਮੰਦੀ ਦੀਆਂ ਕਿਆਸਰਾਈਆਂ ਦਰਮਿਆਨ ਜਿੱਥੇ ਇੱਕ ਪਾਸੇ ਮਸ਼ਹੂਰ ਕੰਪਨੀਆਂ ਵੱਡੇ ਪੱਧਰ ਤੇ ਛਾਂਟੀ ਕਰ ਰਹੀਆਂ ਨੇ, ਉੱਥੇ ਦੂਜੇ ਪਾਸੇ ਕੈਨੇਡਾ ਦੇ ਵਿੱਤ ਅਤੇ ਬੀਮਾ ਸਮੇਤ 6 ਹੋਰ ਖੇਤਰਾਂ 'ਚ ਬੰਪਰ ਹਾਇਰਿੰਗ ਦੇਖਣ ਨੂੰ ਮਿਲੀ ਹੈ। ਲੇਬਰ ਫੋਰਸ ਸਰਵੇ ਦੇ ਅਨੁਸਾਰ ਨਵੰਬਰ 2021 ਦੌਰਾਨ ਕੈਨੇਡਾ ਵਿੱਚ ਕੁੱਲ 10,000 ਲੋਕਾਂ ਨੂੰ ਸਾਰੇ ਖੇਤਰਾਂ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਸਨ। ਇਸ ਦੀ ਮਦਦ ਦੇ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਘਟੀ ਹੈ, ਜਦੋਂ ਕਿ ਇਸ ਦੌਰਾਨ ਰੁਜ਼ਗਾਰ ਭਾਗੀਦਾਰੀ ਦੀ ਦਰ ਜਿਹੜੀ ਹੈ 64.8% ਡਿੱਗ ਗਈ। ਅੰਕੜਿਆਂ ਦੇ ਅਨੁਸਾਰ ਕੈਨੇਡਾ ਵਿੱਚ ਮੁਲਾਜ਼ਮਾਂ ਦੀ ਔਸਤ ਘੱਟਵਾਰ ਤਨਖਾਹ ਚਾਲੂ ਸਾਲ 'ਚ ਲਗਾਤਾਰ 6ਵੇਂ ਮਹੀਨੇ 5% ਤੋਂ ਉੱਪਰ ਰਹੀ।
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਫਰੈਸ਼ਰਾਂ ਲਈ ਵੱਧ ਕਮਾਈ ਦੇ ਨਾਲ ਕੰਮ ਕਰਨ ਦੇ ਹੋਰ ਵੀ ਨਵੇਂ ਮੌਕੇ ਸਾਹਮਣੇ ਆ ਸਕਦੇ ਨੇ। ਜਿਨ੍ਹਾਂ ਖੇਤਰਾਂ ਵਿੱਚ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਵਿੱਚ ਵਿੱਤ, ਬੀਮਾ, ਰੀਅਲ ਐਸਟੇਟ, ਕਿਰਾਏ, ਲੀਜ਼ਿੰਗ, ਨਿਰਮਾਣ, ਸੂਚਨਾ, ਸੱਭਿਆਚਾਰ, ਮਨੋਰੰਜਨ ਸ਼ਾਮਲ ਨੇ। ਨਵੰਬਰ ਵਿੱਚ ਵਿੱਤ, ਬੀਮਾ, ਰੀਅਲ ਐਸਟੇਟ, ਰੈਂਟਲ ਅਤੇ ਲੀਜ਼ਿੰਗ ਖੇਤਰਾਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 21,000 ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਨਿਰਮਾਣ ਉਦਯੋਗ ਵਿੱਚ 1.1% ਰੋਜ਼ਗਾਰ ਵਾਧਾ ਦਰਜ ਕੀਤਾ ਗਿਆ। ਕੈਨੇਡਾ ਦੀ ਮੁੱਖ ਸਿਹਤ ਅਫਸਰ ਡਾਕਟਰ ਥੈਰੇਸਾ ਟੈਮ ਨੇ ਚੇਤਾਵਨੀ ਦਿੱਤੀ ਹੈ ਕਿ ਨਵੇਂ ਸਾਲ ਵਿੱਚ ਕਰੋਨਾ ਵਾਇਰਸ ਮੁੜ ਰਫ਼ਤਾਰ ਫੜ ਸਕਦਾ ਹੈ ਅਤੇ ਇਸ ਵੇਲੇ ਬਿਲਕੁਲ ਵੀ ਢਿੱਲ-ਮੱਠ ਨਹੀਂ ਵਰਤੀ ਜਾਣੀ ਚਾਹੀਦੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਕਰੋਨਾ ਦੇ ਹਾਲਾਤ ਅਤੇ ਕੈਨੇਡਾ ਵਿੱਚ ਨਵੇਂ ਵੈਰੀਐਂਟਸ ਦੀ ਹੋਂਦ ਵਿੱਚ ਆਉਣ ਕਾਰਨ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਪਾਕਿਸਤਾਨ ਵਿੱਚ ਵਿਦੇਸ਼ ਜਾਣ ਵਾਲਿਆਂ ਲਈ ਵਿਦੇਸ਼ੀ ਕਰੰਸੀ ਦੀ ਕਮੀ 'ਚ ਇੱਕ ਵੱਡੀ ਸਮੱਸਿਆ ਬਣ ਗਈ। ਪਾਕਿਸਤਾਨ ਵਿੱਚ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਕਰੰਸੀ ਦੀ ਸਥਿਤੀ ਪਹਿਲਾਂ ਤੋਂ ਹੀ ਖਰਾਬ ਚੱਲ ਰਹੀ ਹੈ। ਇਸ ਦੌਰਾਨ ਪਾਕਿਸਤਾਨ ਦੇ ਫੈਡਰਲ ਬੋਰਡ ਆਫ ਰੈਵਨਿਊ ਨੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਲਈ ਵਿਦੇਸ਼ ਯਾਤਰਾ ਮੌਕੇ ਵਿਦੇਸ਼ੀ ਮੁਦਰਾ ਸੀਮਾ $5,000 ਪ੍ਰਤੀ ਫੇਰੀ ਨਿਰਧਾਰਿਤ ਕਰ ਦਿੱਤੀ ਹੈ, ਜਦਕਿ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਇਹ ਹੱਦ $2,500 ਪ੍ਰਤੀ ਫੇਰੀ ਅਤੇ $15,000 ਸਾਲਾਨਾ ਤੈਅ ਕੀਤੀ ਗਈ। ਅਫਗਾਨਿਸਤਾਨ ਜਾਣ ਵਾਲੇ ਯਾਤਰੀਆਂ ਲਈ ਇਹ ਹੱਦ ਹੋਰ ਘਟਾ ਦਿੱਤੀ ਗਈ ਹੈ, ਜਿਸ ਦੇ ਚਲਦਿਆਂ ਵਿਜ਼ਿਟਰ ਇੱਕ ਵਾਰ ਫਿਰ ਯਾਤਰਾ ਦੇ ਲਈ ਕੇਵਲ $1,000 ਜਾਂ ਇਸ ਦੇ ਬਰਾਬਰ ਦੀ ਵਿਦੇਸ਼ੀ ਮੁਦਰਾ ਅਤੇ $6,000 ਸਾਲਾਨਾ ਲੈ ਜਾ ਸਕਦੇ ਨੇ। ਲੰਬੇ ਸਮੇਂ ਤੋਂ ਵਿਦੇਸ਼ੀ ਮੁਦਰਾ ਦੀ ਕਮੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਆਦੇਸ਼ ਜਾਰੀ ਕੀਤੇ ਨੇ ਕਿ ਵਿਦੇਸ਼ ਜਾਣ ਵਾਲਿਆਂ ਨੂੰ ਆਪਣੇ ਨਾਲ ਲੈ ਕੇ ਜਾਣ ਵਾਲੀਆਂ ਚੀਜ਼ਾਂ ਅਤੇ ਕਰੰਸੀ ਦੀ ਪੂਰੀ ਜਾਣਕਾਰੀ ਦੇਣੀ ਹੋਏਗੀ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।